ਅੱਜ ਸਾਡਾ ਰਿਵੀਜ਼ਨ ਲੈਕਚਰ ਹੈ। ਇਹ ਜਿਹੜਾ ਰਿਵੀਜ਼ਨ ਲੈਕਚਰ ਹੈ ਇਹਦੇ ਚ ਅਸੀਂ ਟੌਪਿਕ ਜਿਹੜੇ ਕਵਰ ਕਰਨੇ ਆ, ਜਿਵੇਂ ਡਿਊ ਨੇਚਰ ਆਫ ਲਾਈਟ ਹੈ, ਐਟਮਸ ਹੈ, ਫਾਰਵਰਡ ਵੇਵ ਰੈਕਟੀਫਾਇਰ ਹੈ, ਹਾਫ ਵੇਵ ਰੈਕਟੀਫਾਇਰ ਹੈ, ਜਿਹੜੇ ਮਾੜੇ ਮੋਟੇ ਛੋਟੇ ਮੋਟੇ ਟੌਪਿਕਸ ਨੇ। ਆਪਾਂ ਨੇ ਸਭ ਤੋਂ ਪਹਿਲਾਂ ਡਿਊ ਨੇਚਰ 'ਚ ਆਪਾਂ ਸਟੱਡੀ ਕਰਾਂਗੇ ਫੋਟੋਨਸ ਕੀ ਹੁੰਦੀ ਹੈ। ਫੋਟੋਨ ਕੀ ਹੈ? ਕੁਆਂਟਮ ਆਫ એનર્ਜੀ ਹੈ। ਮਾਸ ਜਿਹੜਾ ਹੈਗਾ ਰੈਸਟ ਮਾਸ 0 ਹੁੰਦਾ ਹੈ, ਕੋਈ ਪਾਰਟਿਕੂਲਰ ਵੈਲ ਡਿਫਾਈਨਡ ਨਹੀਂ ਹੈ। ਜਿਹੜੀ ਲਾਈਟ ਆ ਫੋਟੋਨ ਦੀ ਬਣੀ ਹੁੰਦੀ ਹੈ। ਜਿਹੜੇ ਸਾਰੇ ਫੋਟੋਨਸ ਨੇ ਦੇ ਟਰੈਵਲ ਵਿਦ ਦੀ ਵੈਲੋਸਿਟੀ ਆਫ ਲਾਈਟ। ਫੋਟੋਨ ਨੇ ਜਿਹੜੇ ਨਿਊਟਰਲ ਹੁੰਦੇ ਹੈ। ਹਰੇਕ ਫੋਟੋਨ ਦੀ ਆਪਣੀ એનર્ਜੀ ਹੁੰਦੀ ਹੈ ਤੇ ਆਪਣਾ ਮੋਮੈਂਟਮ ਹੁੰਦਾ ਹੈ। all collisions between the photon and the matter particles ਉਹ ਜਿਹੜੇ ਨੇ perfectly elastic ਹੁੰਦੇ ਨੇ। ਜਿੰਨੇ collisions ਨੇ between the photon and the matter particles are perfectly elastic। ਫੇਰ ਸੁਣ ਲਓ, ਇਹ ਨੇ properties of photon ਕਿ ਲਾਈਟ ਜਿਹੜੀ ਹੈਗੀ ਹੈ photons ਦੀ ਬਣੀ ਹੋਈ ਹੈ। photon ਦਾ rest mass 0 ਹੁੰਦਾ ਹੈ। photon travel with the velocity of light ਔਰ ਇਹ ਨਿਊਟਰਲ ਹੁੰਦੇ ਹੈ। ਔਰ ਜਿਹੜਾ ਫੋਟੋਨਸ ਨੇ ਉਹਨਾਂ ਦੀ ਡੈਫੀਨਿਟ એનર્ਜੀ ਤੇ ਮੋਮੈਂਟਮ ਹੁੰਦਾ ਹੈ। ਔਰ ਜਿਹੜੇ ਕੋਲਿਜ਼ਨਸ ਹੁੰਦੇ ਨੇ ਬਿਟਵੀਨ ਦਾ ਫੋਟੋਨ ਐਂਡ ਮੈਟਰ ਪਾਰਟੀਕਲਸ ਉਹ ਇਲਾਸਟਿਕ ਹੁੰਦੇ ਆ। ਜੇ ਤੁਸੀਂ ਇੰਟੈਂਸਿਟੀ ਆਫ ਲਾਈਟ ਨੂੰ ਇਨਕਰੀਜ਼ ਕਰ ਦੋ ਤਾਂ ਨੰਬਰ ਆਫ ਫੋਟੋਨ ਪਰ ਸੈਕਿੰਡ ਪਰ ਯੂਨਿਟ ਏਰੀਆ ਇਨਕਰੀਜ਼ ਕਰ ਜਾਂਦੇ ਆ, ਪਰ એનર્ਜੀ ਜਿਹੜੀ ਹੈਗੀ ਆ ਫੋਟੋਨ ਦੀ ਉਹ ਸੇਮ ਰਹਿੰਦੀ ਹੈ। ਇਹ ਕੁਝ ਪ੍ਰੋਪਰਟੀਆਂ ਸੀਗੀਆਂ ਫੋਟੋਨ ਦੀਆਂ। ਇਸ ਤੋਂ ਬਾਅਦ photoelectric effect ਸਾਨੂੰ ਪਤਾ ਹੀ ਹੈ। phenomena of emission of electron from the metallic surface on striking the light of stable frequency. Metal emitting the electrons is called the photosensitive metal and the electrons so ejected are named as photoelectron। ਅਸੀਂ lecture number 1 ਚ ਪੜਿਆ ਵੀ ਹੈ, ਪਰ ਥੋੜੀ ਜਿਹੀ ਮੈਂ ਉਹਦੇ experimental verification ਦੁਬਾਰਾ ਰਿਪੀਟ ਕਰਨ ਲੱਗੇ। experimental verification of photoelectric effect। बड़े आराम नाल और बड़ा आसान है इसको समझना। आओ ਆਪਾਂ ਅੱਜ ਇਹਨੂੰ ਦੇਖੀਏ ਜਰਾ ਕਿ ਸਾਡੇ ਕੋਲੇ ਇੱਕ ਕਥੋੜ ਹੈ ਔਰ ਇੱਕ ਐਨੋਡ ਹੈ। ਇਹ ਸਾਡੇ ਕੋਲੇ ਵੈਕਿਊਮ ਚੈਂਬਰ ਹੈ। ਜਦੋਂ ਜਿਹੜੀ ਆ ਸਾਡੇ ਕੋਲੇ ਬੈਟਰੀ ਜਾਂ ਰਿਓਸਟੈਟ ਲੱਗਿਆ ਵਾ, ਇਹ ਅੱਗੇ ਐਮੀਟਰ ਨਾਲ ਕਨੈਕਟਡ ਹੈ। ਜਦੋਂ ਇਲੈਕਟ੍ਰੋਨਸ ਜਿਹੜੇ ਨੇ ਫੋਟੋਨ ਇਨਸੀਡੈਂਟ ਹੁੰਦੇ ਆ, ਇਲੈਕਟ੍ਰੋਨ ਇਜੈਕਟ ਹੁੰਦੇ ਆ ਤੇ ਐਨੋਡ ਦੇ ਉੱਤੇ ਪੋਜ਼ਿਟਿਵ ਚਾਰਜ ਹੁੰਦਾ, ਕਥੋੜ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ। ਹੁਣ ਇਲੈਕਟ੍ਰੋਨ ਆਈ ਜਾਣਗੇ ਇਨਸੀਡੈਂਟ ਹੋ ਜਾਣਗੇ। ਇਹਦੀ ਕੋਈ ਨਾ ਕੋਈ ਲਿਮਿਟ ਹੈ ਕਥੋੜ ਦੀ ਵੀ ਕਿੰਨੇ ਕੋਲ ਇਲੈਕਟ੍ਰੋਨ ਆਪਣੇ ਵੱਲ ਨਹੀਂ ਅਟਰੈਕਟ ਕਰ ਸਕਦੀ ਹੈ। ਤਾਂ ਇਹਦੇ ਵਿੱਚ ਇੱਕ ਰੀਜਨ ਜਨਰੇਟ ਹੋ ਜਾਊਗਾ, ਨੈਗੇਟਿਵਲੀ ਚਾਰਜ ਰੀਜਨ ਹੁੰਦਾ, ਉਹ ਸਪੇਸ ਚਾਰਜ ਰੀਜਨ ਕਹਿੰਦੇ ਆ। ਵੀ ਨੰਬਰ ਆਫ ਇਲੈਕਟ੍ਰੋਨ ਬਹੁਤ ਵੱਧ ਜਾਣਗੇ। ਫਿਰ ਅਸੀਂ ਇਹਦਾ ਪੋਟੈਂਸ਼ੀਅਲ ਨੂੰ ਇੰਕਰੀਜ਼ ਕਰਾਂਗੇ, ਥੋੜੇ ਫੋਟੋਨ ਅਟੈਕ ਹੋਰ ਇੰਕਰੀਜ਼ ਕਰਾਂਗੇ। ਫਿਰ ਇੱਕ ਇਹੋ ਜਿਹਾ ਟਾਈਮ ਆ ਜਾਏਗਾ ਕਿ ਤੁਸੀਂ ਪੋਟੈਂਸ਼ੀਅਲ ਦੇ ਇੰਕਰੀਜ਼ ਹੋਣ ਦੇ ਨਾਲ ਜਿਹੜਾ ਫੋਟੋ ਕਰੰਟ ਆ ਉਹ ਇੰਕਰੀਜ਼ ਨਹੀਂ ਹੁੰਦਾ। ਹੁਣ ਇਲੈਕਟ੍ਰੋਨ ਐ ਜਾ ਰਹੇ ਹੈ ਤਾਂ ਕਰੰਟ ਜਿਹੜਾ ਹੈਗਾ ਇਸ ਡਾਇਰੈਕਸ਼ਨ 'ਚ ਹੋਊਗਾ। ਕਰੰਟ ਬੜਾ ਥੋੜਾ ਹੁੰਦਾ ਹੈ, ਇਹਨੂੰ ਮਾਈਕਰੋ ਐਮੀਟਰ ਨਾਲ ਦੇਖਿਆ ਜਾਂਦਾ ਹੈ। ਔਰ ਜਿਹੜੇ ਫੋਟੋਨ ਦੀ ਜਿਹੜਾ ਹੈ ਕਰੰਟ ਤੇ ਜਿਹੜੀ ਉਹਦੀ ਪੋਜ਼ਿਟਿਵ ਪੋਟੈਂਸ਼ੀਅਲ ਦੇ ਵਿੱਚ ਜਦੋਂ ਇੰਕਰੀਜ਼ ਕਰਨ ਤੋਂ ਬਾਅਦ ਕੁਝ ਦੇਰ ਬਾਅਦ ਸਟੇਬਿਲਿਟੀ ਆ ਜਾਂਦੀ ਹੈ। ਹੁਣ ਜੇ ਤੁਸੀਂ ਨੈਗੇਟਿਵ ਪੋਟੈਂਸ਼ੀਅਲ ਅਪਲਾਈ ਕਰ ਦੋ ਕਥੋੜ ਦੇ ਉੱਤੇ, ਐਨੋਡ ਦੇ ਉੱਤੇ ਵਿਦ ਰਿਸਪੈਕਟ ਟੂ ਕਥੋੜ, ਜਿਹੜੇ ਫੋਟੋ ਇਲੈਕਟ੍ਰੋਨ ਨੇ ਕੁਝ ਦੇਰ ਬਾਅਦ ਤੁਸੀਂ ਦੇਖੋਗੇ ਜਿਹੜੇ ਇਹ ਰਿਪੈਲ ਕਰਨ ਲੱਗ ਜੂਗਾ, ਜਿਹੜਾ ਮਿਸ਼ਨ ਹੈ ਉਹ ਸਟਾਪ ਹੋ ਜੂਗਾ। ਤਾਂ ਜਿਹੜਾ ਗ੍ਰਾਫ ਹੈ ਪਿੱਛੇ ਨੂੰ ਚਲਾ ਜਾਊਗਾ। ਇਹ ਹੈਗਾ ਨੈਗੇਟਿਵ ਪੋਟੈਂਸ਼ੀਅਲ। ਸਾਨੂੰ ਇਲੈਕਟ੍ਰੋਸਟੈਟਿਕ ਫੋਰਸ ਦੇ ਅਗੇਂਸਟ ਕੰਮ ਕਰਨਾ ਪਊਗਾ, ਈਵੀ ਜਿਸ ਨੂੰ ਲਿਖਦੇ ਆ। ਹੁਣ ਤੁਸੀਂ ਇੰਟੈਂਸਿਟੀ ਆਫ ਦੀ ਇਨਸੀਡੈਂਟ ਲਾਈਟ ਨੂੰ ਇੰਕਰੀਜ਼ ਕਰਤਾ, ਪਰ ਨੈਗੇਟਿਵ ਪੋਟੈਂਸ਼ੀਅਲ ਜਿਹੜਾ ਹੈਗਾ ਸੇਮ ਰੱਖਿਆ, ਤਾਂ ਲਾਈਟ ਇਸ ਤਰ੍ਹਾਂ ਬਣ ਜੂਗਾ। ਫਿਰ ਤੁਸੀਂ ਨੈਗੇਟਿਵ ਪੋਟੈਂਸ਼ੀਅਲ ਜਿਹੜਾ ਹੈਗਾ ਉਹਨੂੰ ਸੇਮ ਰੱਖਿਆ, ਇੰਟੈਂਸਿਟੀ ਆਫ ਲਾਈਟ ਇੰਕਰੀਜ਼ ਕਰਤੀ। ਸਪੋਜ਼ ਕਰ ਲਓ ਇਹ ਤੁਹਾਡਾ I1 ਹੈ, ਇਹ ਤੁਹਾਡਾ I2 ਹੈ, ਇਹ ਤੁਹਾਡਾ I3 ਹੈ। ਤਾਂ ਇਸ ਚੀਜ਼ ਤੁਸੀਂ ਦੇਖੋਗੇ ਇੱਥੇ ਤੁਹਾਨੂੰ ਆਹ ਚੀਜ਼ ਸੇਮ ਰੱਖੀ ਹੈ, ਨੈਗੇਟਿਵ ਪੋਟੈਂਸ਼ੀਅਲ ਨਹੀਂ ਬਦਲਣ ਦਿੱਤਾ। ਤੁਹਾਨੂੰ ਇਹ ਪਤਾ ਲੱਗਿਆ ਵੀ ਜਿਹੜਾ I3 ਹੈ ਉਹ I2 ਤੋਂ ਤੇ I1 ਤੋਂ ਵੱਡਾ ਹੈ। ਅਗਰ ਤੁਸੀਂ ਫ੍ਰੀਕੁਐਂਸੀ ਆਫ ਦੀ ਇਨਸੀਡੈਂਟ ਲਾਈਟ ਜਿਹੜੀ ਹੈਗੀ ਹੈ ਉਹ ਸੇਮ ਰੱਖੋ, ਨਿਊ ਸੇਮ ਰੱਖੋ, ਨਿਊ ਚੇਂਜ ਕਰਦੇ ਰਹੋ, ਤਾਂ ਪਹਿਲਾਂ ਦਾ ਗ੍ਰਾਫ ਤੁਹਾਡਾ ਆਹੀ ਬਣੂਗਾ। ਦੂਜੇ ਵਾਲੀ ਸਪੋਜ਼ ਕਰ ਲਓ ਤੁਹਾਨੂੰ ਆਹ ਥੋੜਾ ਜਿਹਾ ਇੰਕਰੀਜ਼ ਕਰਤਾ, ਤੁਹਾਡਾ ਜਿਹੜਾ ਗ੍ਰਾਫ ਹੈ ਇਹ। ਤੀਸਰੇ ਵਾਲੀ ਤੁਹਾਨੂੰ ਫ੍ਰੀਕੁਐਂਸੀ ਹੋਰ ਵਧਾਈ, ਸਟੇਬਿਲਿਟੀ ਫਿਰ ਉੱਥੇ। ਇੱਥੇ ਜਿਹੜਾ ਸੀਗਾ ਸਪੋਜ਼ ਕਰ ਲਓ ਨਿਊ 0 ਹੈ, ਇਹ ਨਿਊ 1 ਹੈ, ਨਿਊ 2 ਹੈ, ਨਿਊ 2 ਇਜ਼ ਗ੍ਰੇਟਰ ਦੈਨ ਨਿਊ 1 ਇਜ਼ ਗ੍ਰੇਟਰ ਦੈਨ ਨਿਊ 0।
ਆਹੀ ਚੀਜ਼ मैंने लिख के दिखाई है भी जो फोटोन इंसीडेंट होंगे तो इलैक्ट्रॉन इजैक्ट होंगे तो करंट फ्लो हो जाता है। करंट इलैक्ट्रॉन ऐ जाएंगे तो करंट इस तरह फ्लो करूगा। और जो नैगेटिव चार्ज है रीजन के बिटवीन द कैथोड एंड बहुत ज़्यादा होएगा, लार्ज नंबर ऑफ फोटो इलैक्ट्रॉन हो जाएंगे, सानू पॉजिटिव पोटेंशियल में इंक्रीज करना पड़ेगा। नोड का विद मोर एंड मोर इलैक्ट्रॉन्स आर अट्रैक्टेड बाय द नोड। फिर कुछ देर बाद की होएगा सैचुरेशन आ जाएगी, तो असं नैगेटिव पोटेंशियल अप्लाई कर देंगे ऑन द एनोड विद रिस्पेक्ट टू द कैथोड, दे आर रिपेल्ड बाय, फिर रिपेल करेगा, फोटो इलेक्ट्रिक करंट जो घट जाएगा। फर्दर इंक्रीजिंग द नेगेटिव ऑफ द एनोड विद रिस्पेक्ट टू द कैथोड जो occurs a situation occur when number of electrons reaches the node, when no electron reaches the node and the photo current जो है 0 बन जाएगा। यही सिचुएशन आ जाएगी। मिनिमम magnitude of the negative potential of the node with respect to the cathode which can stop the emission of the photoelectron ਉਹਨੂੰ ਕਹਿੰਦੇ ਅਸੀਂ stopping potential। ਇਹ definition ਵੀ ਆ ਗਈ ਸਾਡੀ stopping potential ਦੀ। stopping potential on increasing the intensity of the incident light, that is the number of photon as increase कर दिए ਤਾਂ ਜਿਹੜਾ ਹੈਗਾ ਇਹ ਤਾਂ ਫੋਟੋ ਕਰੰਟ ਹੈਗਾ ਜਿਹੜਾ ਉਹ ਇੰਕਰੀਜ਼ ਹੋ ਜਾਏਗਾ, ਬਟ એનર્ਜੀ ਆਫ ਦੀ ਈਚ ਫੋਟੋਨ ਜਿਹੜੀ ਹੈ ਉਹ ਚੇਂਜ ਨਹੀਂ ਹੋਏਗੀ, that will remain the same। ਇਹ ਚੀਜ਼ ਜਿਹੜੀ ਹੈਗੀ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਆਫ ਦੀ ਫੋਟੋ ਇਲੈਕਟ੍ਰਿਕ ਇਫੈਕਟ ਹੈ। ਇਸ ਦੇ ਵਿੱਚ ਅਗਲਾ ਟੌਪਿਕ ਹੈਗਾ ਜਿਹੜਾ ਆਪਾਂ ਪਹਿਲਾਂ ਹੀ ਪੜਿਆ ਵਾ, ਤੁਸੀਂ ਕੈਮਿਸਟਰੀ 'ਚ ਵੀ ਪੜਿਆ, ਡੀ ਬਰੌਗਲੀ ਮੈਟਰਿਕਸ। मैंने ਤੁਹਾਨੂੰ ਇਹ ਟੌਪਿਕ ਪਹਿਲਾਂ ਵੀ ਕਿਹੜਾ ਪੜਾਇਆ ਸੀਗਾ, ਪਰ ਮੈਂ ਤੁਹਾਨੂੰ ਨੂਮੈਰੀਕਲ ਕੱਢਣ ਲਈ ਡਾਇਰੈਕਟ ਫਾਰਮੂਲਾ ਨਹੀਂ ਦੱਸ ਪਾਇਆ। ਅੱਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਡੀ ਬਰੌਗਲੀ ਜਿਹੜਾ ਹਾਈਪੋਥਾਈਸਿਸ ਹੈ ਜਿਹਦੇ ਤੇ ਨੋਬਲ ਪ੍ਰਾਈਜ਼ ਵੀ ਮਿਲਿਆ ਡੀ ਬਰੌਗਲੀ ਨੂੰ, ਉਹਨੇ ਇੱਕੋ ਹੀ ਲਾਈਨ ਲਿਖੀ ਹੈ, ਐਵਰੀ ਮੂਵਿੰਗ ਪਾਰਟੀਕਲ ਹੈਜ਼ ਅ ਵੇਵਸ ਐਸੋਸੀਏਟਡ ਵਿਦ। ਤੇ ਕੋਈ ਵੀ ਮੂਵਿੰਗ ਪਾਰਟੀਕਲ ਹੈ ਉਹਦੇ ਨਾਲ ਵੇਵਸ ਐਸੋਸੀਏਟ ਹੈ ਔਰ ਦੀ ਵੈਲਿਊ ਲੈਮਡਾ ਇਜ਼ ਇਕੁਅਲ ਟੂ h ਬਟਾ ਸਕੁਅਰ ਰੂਟ ਆਫ 2 MeV। ਅਸੀਂ ਵੈਲਿਊ ਪੁੱਟ ਕਰ ਦਈਏ ਤਾਂ ਬਣ ਜਾਏਗਾ 12.27 ਬਾਈ ਸਕੁਅਰ ਰੂਟ ਆਫ V ਐਂਗਸਟ੍ਰॉम ਔਰ ਸਕੁਅਰ ਰੂਟ ਆਫ 150 ਬਾਈ V ਐਂਗਸਟ੍ਰॉम। अगर तुसी गैस नु लाओ, कोई मोनोटॉमिक गैस ले लो, तो ਉਹਦੇ ਵਾਸਤੇ ਜਿਹੜਾ ਲੈਮਡਾ ਹੋਏਗਾ ਉਹ h ਬਟਾ ਸਕੁਅਰ ਰੂਟ ਆਫ 3 mkt ਹੋ ਜਾਏਗਾ। m ਜਿਹੜਾ ਹੈਗਾ ਮਾਸ ਆਫ ਈਚ ਮੋਲੀਕਿਊਲ ਹੈ, ਜੇ 4 ਹੀਲੀਅਮ ਲੈ ਲਈਏ ਉਹਦਾ ਮਾਸ 4 ਹੈ AMU, ਤਾਂ 4 ਨੂੰ ਪਹਿਲਾਂ 1.67 * 10 ਦੀ ਪਾਵਰ -27 ਦਾ ਮਲਟੀਪਲਾਈ ਕਰਨਾ ਪਊਗਾ ਤਾਂ ਕਿਲੋਗ੍ਰਾਮ ਬਣਨਗੇ। कई बार ਅਸੀਂ ਭੁੱਲ ਵੀ ਜਾਂਦੇ ਕਰਨਾ, ਤਾਂ ਆਪਾਂ ਡਾਇਰੈਕਟ ਫਾਰਮੂਲਾ ਯਾਦ ਕਰ ਲਓ। ਗੈਸ ਦੇ ਕੇਸ ਹੋਗਾ 25.6 ਬਟਾ ਸਕੁਅਰ ਰੂਟ ਆਫ m ਸਕੁਅਰ ਰੂਟ ਆਫ t ਐਂਗਸਟ੍ਰॉम। ਇੱਥੇ ਜਿਹੜਾ ਕੈਪੀਟਲ M ਹੈ that is the molar mass। ਹੁਣ ਜਿਵੇਂ ਹੀਲੀਅਮ ਦਾ ਮਾਸ 4 AMU ਸੀ, ਇੱਥੇ ਤੁਸੀਂ ਸਿੱਧਾ 4 ਪੁੱਟ ਕਰ ਦੋਗੇ। T ਜਿਹੜਾ ਹੈਗਾ ਟੈਂਪਰੇਚਰ ਹੈ। ਇਹ ਸੀ ਸਾਡੀ ਡੀ ਬਰੌਗਲੀ ਮੈਟਰਿਕਸ ਆਰਟੀਕਲ। ਮੈंने ਪਹਿਲਾਂ ਹੀ ਤੁਹਾਨੂੰ ਇਹਦਾ ਬੜਾ ਡਿਟੇਲ ਚ ਲੈਕਚਰ ਨੰਬਰ 1 ਦੇ ਵਿੱਚ ਡੀ ਬਰੌਗਲੀ ਮੈਟ ਫੋਟੋ ਇਲੈਕਟ੍ਰਿਕ ਇਫੈਕਟ ਦੇ ਲੈਕਚਰ ਨੰਬਰ 1 ਚ ਕਰਾਇਆ ਹੋਇਆ। आई मैं फोटो इलैक्ट्रिक इफेक्ट के लाज ने जेडे वो लेक्चर नंबर 1 च पहले ही कराए हुए हैं। आओ आज दे मिल गए सब तो इंपॉर्टेंट टॉपिक नु डेविसन एंड जर्मन एक्सपेरिमेंट। जहां तक कंपटीशन का सवाल है, बोर्ड का सवाल है, या डेविसन एंड जर्मन एक्सपेरिमेंट है, ये बहुत ज्यादा इंपॉर्टेंट है। ਜਿਹੜੇ फास्ट मूविंग इलैक्ट्रॉन पार्टिकल्स होंगे ने, इलैक्ट्रॉन ਅਸੀਂ पार्टिकल ही कहांगे, वो डाइफ्रैक्शन का फिनोमेना शो करते हैं। दैट इज द प्रॉपर्टी ऑफ वेव्स। ਇਹ ਕੀ ਹੋਊਗਾ, ਅਸੀਂ ਇੱਕ ਲੋ ਟੈਂਸ਼ਨ ਬੈਟਰੀ ਲਾਈ ਹੈ 6 ਵੋਲਟ ਦੀ। ਇਹ ਟੰਗਸਟਨ ਦਾ ਫਿਲਾਮੈਂਟ ਹੈ ਜਿਹਦੇ ਤੇ ਬੇਰੀਅਮ ਮੈਂ ਸੈਪਰੇਟਲੀ ਦਿਖਾਇਆ, ਬੇਰੀਅਮ ਆਕਸਾਈਡ ਦੀ ਕੋਟਿੰਗ ਹੁੰਦੀ ਹੈ। ਜਦ ਤੁਸੀਂ ਇਸ ਨੂੰ ਹੀਟ ਕਰਦੇ ਹੋ 6 ਵੋਲਟ ਦੀ ਬੈਟਰੀ ਦੇ ਨਾਲ, ਠੀਕ ਹੈ, ਟੰਗਸਟਨ ਦੇ ਫਿਲਾਮੈਂਟ ਨੂੰ, ਇਹ ਵਾਲਾ ਟੰਗਸਟਨ ਦਾ ਫਿਲਾਮੈਂਟ ਹੈ, ਇਹਦੇ ਤੇ ਬੇਰੀਅਮ ਆਕਸਾਈਡ ਦੀ ਕੋਟਿੰਗ ਹੋਈ ਵੀ ਹੈ। ਇਹ ਬੇਰੀਅਮ ਜੋ ਜਿਹੜਾ ਹੈਗਾ ਇਹਦਾ ਵਰਕ ਫੰਕਸ਼ਨ ਬਹੁਤ ਘੱਟ ਹੁੰਦਾ ਹੈ। ਇਹ ਚੋਂ ਇਲੈਕਟ੍ਰੋਨ ਨਿਕਲਦੇ ਆ, ਇਹ ਇੱਕ ਪਿਨ ਹੋਲ ਸਿਲੰਡਰ ਹੈ, ਉਹਦੇ ਵਿੱਚੋਂ ਪਾਸ ਕਰ ਜਾਂਦੇ ਆ। ਇਹਦੇ ਜਦੋਂ ਇੱਕ ਹਾਈ ਟੈਂਸ਼ਨ ਬੈਟਰੀ ਦੇ ਨਾਲ ਲੱਗੇ ਹੋਏ ਆ, ਇਹ ਜਾ ਕੇ ਨਿਕਲ ਦੇ ਕ੍ਰਿਸਟਲ ਨਾਲ ਸਟ੍ਰਾਈਕ ਕਰਦੇ ਆ। ਸਟ੍ਰਾਈਕ ਹੋਣ ਤੋਂ ਬਾਅਦ ਅਸੀਂ ਡਿਫਰੈਂਟ ਐਂਗਲਸ ਦੇ ਉੱਤੇ ਅਸੀਂ ਚੈੱਕ ਕਰਦੇ ਆ, ਜਿਸ ਕਿਸ ਐਂਗਲ ਦੇ ਉੱਤੇ ਗਲਵੈਨੋਮੀਟਰ ਦੇ ਵਿੱਚ ਕਰੰਟ ਜਿਹੜਾ ਹੈਗਾ ਉਹ ਮੈਕਸਿਮਮ ਆਉਂਦਾ ਹੈ, ਉਹਨੂੰ ਡਿਟੈਕਟਰ ਦੇ ਥਰੂ ਅਸੀਂ ਦੇਖਦੇ ਹਾਂ। ਜਿਹੜਾ ਐਕਸਪੈਰੀਮੈਂਟ ਹੈ ਇਹ डिफरेंट एक्सेलरेटिंग वोल्टेज के उत्ते चेक किया गया, 44 वोल्ट तो लैके 58 वोल्ट तक जी, पर 50 वोल्ट के उत्ते असी देखा भी जो करंट है उस मैक्सिमम फ्लो किया approximately 54 volt, और डिफ्लेक्शन ऑफ द गैल्वेनोमीटर इज डायरेक्टली प्रोपोर्शनल टू द नंबर ऑफ इलेक्ट्रॉन और द इंटेंसिटी। 54 वोल्ट पीक ऑफ द इंटेंसिटी मतलब इस तरह 54 वोल्ट के उत्ते सपोज 54 वोल्ट सी, ਇਹਦੇ ਤੇ ਜਾ ਕੇ ਮੈਕਸਿਮਮ ਇੰਟੈਂਸਿਟੀ ਆਈ ਹੈ 54 ਵੋਲਟ ਦੀ। आज इस तो घट 30 ते 90 ते 60 ते 80 ते ਇਹਦੇ ਤੇ ਘੱਟ ਇੰਟੈਂਸਿਟੀ ਆਈ ਹੈ। ਦਿਸ ਇਜ਼ ਇੰਟੈਂਸਿਟੀ ਵਰਸਸ φ ਦਾ ਗ੍ਰਾਫ। ਤਾਂ 550 ਡਿਗਰੀ ਦੇ ਉੱਤੇ ਡਿਫਲੈਕਸ਼ਨ ਜਿਹੜੀ ਸੀ ਮੈਕਸਿਮਮ ਸੀ, ਉਸ ਟਾਈਮ ਜਿਹੜੀ ਵੋਲਟੇਜ ਸੀ ਉਹ 54 ਵੋਲਟ ਸੀ। ਹੁਣ ਆਪਾਂ ਨੇ ਨਿਕਲ ਕ੍ਰਿਸਟਲ ਦੀ ਗੱਲ ਕੀਤੀ ਹੈ।
आ सपोज कर लो साडा क्रिस्टल है, क्रिस्टल दे विच जिहड़े एटम्स ने ते विच बहुत सारियां एम्प्टी स्पेसिस भी होणगियां। हुण जदों रे ऑफ लाइट आऊगी इस दे उत्ते ऐ स्ट्राइक करूगी फिर ऐ रिफ्लैक्ट करूगी, रे ऑफ लाइट आऊगी ऐ स्ट्राइक करूगी ते ऐ रिफ्लैक्ट कर दूगी। आ जिहड़ा हैगा ये दोनों के विचकार एंगल फाई है, तो कितना हो गया नॉर्मल ड्रा करके 5/2 5/2 ते आ एंगल जिहड़ा होया थीटा होया, इत्थे भी आ एंगल थीटा हो गया, आ एंगल 5/2 हो गया, ये एंगल भी 5/2 हो गया। थीटा जिहड़ा एंगल है बिटवीन द इंसीडेंट रे एंड एटॉमिक लेयर, एंगल बिटवीन द इंसीडेंट रे एंड एटॉमिक लेयर। देखो ध्यान नाल देखियो थीटा ते 5/2 जे दोनों को तुसीं जोड़ दईए तां 90 डिग्री के बराबर है। हुण फाई है जिहड़ा वो 50 है, 50/2 इक्वल टू 90 के बराबर है, तो थीटा किहदे बराबर हो गया 65 डिग्री के बराबर हो गया। हुण तुहानूं इस फार्मूले का पता है 2 ये जिहड़ी इंटरलेयर स्पेसिंग हैगी है इहनूं स्मॉल डी नाल लिखदे आ, ये हुंदी है 91 एंगस्ट्रॉम। तां आ ते आ चीज तां सेम है, इधरों आ ते आ चीज सेम है, ते आ जिहड़ा रह गया इहनूं कहांगे ए, इहनूं कहांगे बी, इहनूं कहांगे सी। ए बी बटा डी इक्वल टू ए बी आ डी। हुण ए थी ना 5/2 है, तो ए बी किहदे बराबर बन गया इक्वल टू डी साइन थीटा, डी साइन थीटा ये बन गया। इधरों आई बी सी की बन गया डी साइन थीटा, तो साडे कोले टोटल पाथ कितना बन गया ए बी प्लस बी सी, ਇਹਦਾ मतलब ਇਹ ਕੀ बन गया 2d साइन थीटा। पाथ डिफरेंस तुमने कितना पढ़िया है n लैम्बडा। हुण तुसी n की है ऑर्डर ऑफ डाइफ्रैक्शन है, ऑर्डर ऑफ डाइफ्रैक्शन, लैम्बडा वेवलेंथ है, ਅਸੀਂ लैम्बडा कढना है n हो गया 1, लैम्बडा कढना है 2, d हैगा 0.91 एंगस्ट्रॉम साइन थीटा, साइन हो गया 50 डिग्री ना 65 डिग्री। थोड़ी वेवलेंथ आ जाएगी 1.67 एंगस्ट्रॉम, वेवलेंथ आ जाएगी 1.65 एंगस्ट्रॉम, नॉट 67 65 एंगस्ट्रॉम। उस तो बाद हम अगे एक गल होर बड़ी इंपॉर्टेंट है, ये तो आ गई आ लो जी। हुण आपां एक्सेलरेटिंग वोल्टेज वाली गल भी देख लीए, ये आ गई अकॉर्डिंग टू ब्रैग्स लॉ। एक किहड़ा लॉ होया ब्रैग्स लॉ, ब्रैग्स लॉ। पर तुसी डी ब्रोगली हाइपोथेसिस की पढ़िया अकॉर्डिंग टू डी ब्रोगली तुमने पढ़िया लैम्बडा जिहड़ा हुंदा स्क्वायर रूट ऑफ 150/20 के बराबर है, ये हो गया स्क्वायर रूट ऑफ 150/20 कितना सी 54 वोल्ट। थोड़े कोले आ जाएगा 1.67 एंगस्ट्रॉम। तुसी देखो ये वाली चीज ते ये वाली चीज आपस में मैच करती है, विच इज द एक्सपेरिमेंटल वेरिफिकेशन एंड थ्योरेटिकल रिजल्ट ने जेडे एक्सपेरिमेंटल रिजल्ट नाल मैच करते हैं। ये सी साडा डेविसन एंड जर्मन एक्सपेरिमेंट। फिर देख लो असी लो टेंशन बैटरी लगाई, टंगस्टन का फिलामेंट सी, इन्हें इनू हीट किया, ये बेरियम ऑक्साइड की कोटिंग हुई सी, इहदा वर्क फंक्शन बड़ा घट हुंदा है, इन्हें इलैक्ट्रॉन नू छड्डिया। असीं इत्थे एचटी बैटरी सी जिहदी 44 ਤੋਂ 48 वोल्ट असीं रेंज रखी है, 54 वोल्ट के उत्ते साडे कोले जिहड़ी हैगी है मैक्सिमम नंबर ऑफ इलैक्ट्रॉन डिटेक्ट हुए है एट 5 = 50 डिग्री। और निकल क्रिस्टल के उत्ते जाके असीं स्ट्राइक करवा के देखिया और असीं फिर उसके उत्ते ब्रैग्स लगा के देखिया, तो साडे कोले थीटा जिहड़ा आया आ वाली वैल्यू ते ये वाली वैल्यू आपस च सेम आई है। ये सी एक्सपेरिमेंटल वेरिफिकेशन ऑफ दिस एक्सपेरिमेंट डेविसन एंड जर्मन एक्सपेरिमेंट। ये सारी जिहड़ी मैंने हुण तक रिवीजन की है ये ड्यूल नेचर ऑफ लाइट की की है। आ जाओ अगे चलिए। हुण असीं एटम्स के कॉन्सैप्ट के उत्ते वैसे काफी कुछ पढ़िया हुआ है, फिर भी आपां एटम्स की रिवीजन करते हैं। एटम्स एटम दे विच सब तो पहला 1911 दे विच गीगर एंड मार्टसन ने रदरफोर्ड दा अल्फा स्कैटरिंग एक्सपेरिमेंट है, स्टूडेंट सीगे रदरफोर्ड दे, अर्नेस्ट रदरफोर्ड दे। जेड़ा रदरफोर्ड सी और जे थॉमसन दा स्टूडेंट है। ये जिन्हां ने कोले बैचलर डिग्री नहीं सीगी गीगर ते अर्नेस्ट मार्टसन ने, उन्होंने रदरफोर्ड के कहने के उत्ते एक्सपेरिमेंट परफॉर्म किया सीगा। जेड़ा रदरफोर्ड सी और जे थॉमसन दा स्टूडेंट सीगा और किता की सी कि एक उन्होंने रेडियोएक्टिव मटीरियल बिस्मथ लिता, बिस्मथ दे विचों अल्फा पार्टिकल निकले, आ लैड दियां कॉइल्स लितियां, ब्रिक्स लितियां। लैड की है एक जिहड़े अल्फा पार्टिकल इधर उधर जा रहे सीगे उन्होंने अब्जॉर्ब कर लिया और इन्होंने कॉलीमेट करता, और जिहड़े अल्फा पार्टिकल इमिट हो रहे सी उन्हां दी एनर्जी 5 मैगा इलैक्ट्रॉन तो लैके 7.7 मैगा इलैक्ट्रॉन वोल्ट तक सी। थिन गोल्ड की फॉयल लै ली,
ਜਿਹਦੀ ਰੇਂਜ 10 ਦੀ ਪਾਵਰ -6 ਮੀਟਰ ਤੋਂ ਲੈ ਕੇ 10 ਦੀ ਪਾਵਰ -8 ਮੀਟਰ ਤੱਕ ਸੀਗੀ। यानी कि 1 माइक्रोमीटर तो लैके 10 नैनोमीटर तक सी, एवं लिख सकते हैं 1 माइक्रोमीटर तो लैके 10 नैनोमीटर तक सी। और ये सिंगल लेयर असी गोल्ड की एटम लई इस चों जिहड़े हैगे मोस्ट ऑफ दी जिहड़े अल्फा पार्टिकल्स ने, इस एक्सपेरिमेंट ने दस्सिया भी मोस्ट ऑफ दी अल्फा पार्टिकल्स पास्ड अनडिफ्लेक्टेड, जिन्हां च डिफ्लैक्शन होई नहीं। किन्ने सीगे ये 99.86%। मोस्ट ऑफ द अल्फा पार्टिकल्स ने जिहड़े वो अनडिफ्लेक्ट चले गए, डिफ्लैक्शन ही नहीं कोई। और 0.14% ऑफ अल्फा पार्टिकल्स डिफ्लेक्टेड बाय 1 डिग्री, जिन्हां च सिर्फ 1 डिग्री की डिफ्लैक्शन हुई। और तीसरी गल है 1 in 8,000 डिफ्लेक्टेड by angle greater than 90 degree, और 1 in 10 the power 6 deflected by theta equal to 180 degree। ਹੁਣ ਇੱਥੋਂ ਪਤਾ ਕੀ ਲੱਗਿਆ, ਲਿਖਤਾ ਦਿੱਤਾ ਇਸ ਤੋਂ ਪਤਾ ਕੀ ਲੱਗਿਆ कि most of the alpha particle passed undeflected। ਇਹ ਮੈਂ ਲਾਈਨ ਲਿਖੀ ਹੈ, deflected means there is a lot of empty space in the atom, that is there is a lot of empty space in atom, दूजी गल 0.14% अल्फा पार्टिकल डिफ्लेक्टेड by 1 degree, that is positive charge at center of atom। ਉਹਨੂੰ ਕੀ ਕਿਹਾ, ਹੁਣ 1 in 10 ਦੀ ਪਾਵਰ 6 returned back, dense positive charge, that is nucleus। ਉਹਨੂੰ ਨਿਊਕਲੀਅਸ ਕਿਹਾ। ਇਹਦੇ ਵਿੱਚ ਇਹ ਕਿਹਾ ਗਿਆ ਕਿ ਐਟਮ ਦਾ ਸਾਈਜ਼ ਹੈ ਜਿਹੜਾ ਉਹ 10 ਦੀ ਪਾਵਰ 10 ਮੀਟਰ ਹੈ, ਔਰ ਨਿਊਕਲੀਅਸ ਦਾ ਜਿਹੜਾ ਸਾਈਜ਼ ਆਫ ਐਟਮ ਹੈ ਤੇ ਨਿਊਕਲੀਅਸ ਦਾ 10 ਦੀ ਪਾਵਰ -15 ਮੀਟਰ ਹੈ। ਜਿਹੜੇ ਨੰਬਰ ਆਫ ਅਲਫਾ, ਇਸ ਤੇ ਬੜੇ ਇੰਪੋਰਟੈਂਟ ਰਿਜ਼ਲਟ ਆਏ कि नंबर ऑफ अल्फा पार्टिकल स्कैटर्ड पार्टिकल थीटा डिफरेंट फॉर, जे तुसी गोल्ड की थां पे कोई होर एटम ले लो तो ਉਹਦੇ ਲਈ डिफ्लैक्शन होर होगी, जे डिफरेंट एलिमेंट्स दी डिफरेंट पॉजिटिव चार्ज होगा। इलेक्ट्रॉन्स आर attracted by the positive nucleus, but electron don't move towards the nucleus। और ड्रॉबैक सीगा रदरफोर्ड मॉडल का, ये स्टेबिलिटी ऑफ एटम नहीं एक्सप्लेन कर सकिया। स्टेबिलिटी ऑफ एटम बारे क्योंकि देखो ये साडा न्यूक्लियस है, न्यूक्लियस के दुआले इलेक्ट्रॉन घूम रहे हैं। ये कहना सी भी इलेक्ट्रॉन किसी भी ऑर्बिट च घूम सकता है, किसी भी ऑर्बिट च घूमन का मतलब ये होया कि इट कैन नॉट एक्सप्लेन द डिस्क्रीट स्पेक्ट्रम ऑफ द एटम। स्टेबिलिटी हुण जे इलेक्ट्रॉन किसी भी हुण इहदे न्यूक्लियस दे उत्ते किसी भी ऑर्बिट च घूमन का मतलब है जेडी जिहड़ा चार्ज ऑन द न्यूक्लियस है, इलेक्ट्रॉन इहदे दुआले घूम रहा है। जो इलेक्ट्रॉन v वेलोसिटी नाल घूम रहा तो वेलोसिटी चेंज हो रही है, इत्थे वेलोसिटी इधर नूं है, वेलोसिटी इधर नूं है, तो इहदे नाल एक्सेलरेशन चेंज हो रही है। चार्ज पार्टिकल एक्सेलरेटेड चार्ज पार्टिकल है, ये एनर्जी लूज करूगा तो इलेक्ट्रॉन जिहड़ा है न्यूक्लियस च फॉल कर जूगा तो स्ट्रक्चर कोलैप्स कर जूगा। ਇਹਦਾ मतलब ਇਹ ਥਿਊਰੀ ਜਿਹੜੀ ਹੈਗੀ ਇਹ ਬਹੁਤ ਵੱਡਾ ਡਰਾਬੈਕ ਸੀਗਾ। ਦੂਜੀ ਗੱਲ ਇਹ ਹੈ ਵੀ ਇਹਨੇ ਕਿਹਾ ਸੀ ਵੀ ਇਲੈਕਟ੍ਰੋਨ ਕੈਨ ਮੂਵ ਇਨ ਐਨੀ ਆਰਬਿਟ। ਇਹਦਾ मतलब ਇਹ ਥਿਊਰੀ ਐਕਸਪਲੇਨ ਨਹੀਂ ਕਰ ਸਕੀ, ਡਿਸਕ੍ਰੀਟ ਸਪੈਕਟਰਮ ਦੇ ਬਾਰੇ ਇਹ ਕੁਝ ਨਹੀਂ ਦੱਸਦਾ। ਫਿਰ ਸਾਡੇ ਕੋਲੇ डिस्टेंस ऑफ क्लोजेस्ट अप्रोच आ गई। वो की सी भी आ साने जिहड़ा एक्सपेरिमेंट कीता ये साडा इत्थों अल्फा पार्टिकल मिट हो रही सी, इत्थे साडा स्कोप पिया सीगा तां इहदे न्यूक्लियस दे कोलों आ जिहड़ा डिस्टेंस सीगा शॉर्टेस्ट डिस्टेंस r0 सी। जदों उरे सीगे इलेक्ट्रॉन तां इहदी काइनेटिक एनर्जी नहीं सी, तो सिर्फ पोटेंशियल एनर्जी सी। जदों उरे तो नेड़े जाके मुड़ गया तां इहदी काइनेटिक एनर्जी सीगी। तां ये मतलब कि 1/4 pi epsilon naught charge on 2e into e upon r0 is equal to kinetic energy। तो r0 कटना पे जी पेपर च तो तुसी लिखोगे 2e दा स्क्वायर over 4 pi epsilon naught into kinetic energy। kinetic energy ਤੁਹਾਨੂੰ ਪਤਾ ਆਪਾਂ ਨੇ ਦਿੱਤੀ ਹੈ 5.5 ਮੈਗਾ ਇਲੈਕਟ੍ਰੋਨ ਵੋਲਟ। e ਹੁੰਦਾ ਚਾਰਜ ਔਨ ਇਲੈਕਟ੍ਰੋਨ, ਤਾਂ ਜਿਹੜਾ ਸਾਈਜ਼ ਜਿਹੜਾ ਆਇਆ ਉਹ 30 ਫਰਮੀ ਆਇਆ, 30 ਫਰਮੋਮੀਟਰ ਆਫ ਦੀ ਨਿਊਕਲੀਅਸ।
ਇਹਦਾ ਮਤਲਬ ਨਿਊਕਲੀਅਸ ਇਸ ਤੋਂ ਵੀ ਛੋਟਾ ਹੈ। ਇਹ ਤਾਂ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਹੈ, ਇੱਥੋਂ ਮੁੜ ਕੇ ਜਾਊਗਾ, ਇਹਦਾ ਮਤਲਬ ਇਸ ਦਾ ਸਾਈਜ਼ ਇਸ ਤੋਂ ਵੀ ਛੋਟਾ ਹੈ। ਫਿਰ ਸਾਡੇ ਕੋਲ ਇੱਕ ਵਰਡ ਆਉਂਦਾ ਹੈ ਇੰਪੈਕਟ ਪੈਰਾਮੀਟਰ। ਇੰਪੈਕਟ ਪੈਰਾਮੀਟਰ ਇਹ ਕੀ ਹੁੰਦਾ ਹੈ? between the velocity vector of alpha particle, velocity vector of alpha particle and size of alpha particle and perpendicular distance between the velocity vector of the alpha particle and center of the nucleus. ਇਹਦਾ ਦੋ ਆਲਰੇਡੀ ਫਾਰਮੂਲਾ ਜਿਹੜਾ ਹੈਗਾ ਬੜਾ ਬਹੁਤਾ ਇੰਪੋਰਟੈਂਟ ਨਹੀਂ, ਪਰ ਫਿਰ ਵੀ ਇਹ ਫਾਰਮੂਲਾ kz ਦਾ ਸਕੁਅਰ ਓਵਰ ਕਾਈਨੈਟਿਕ એનર્ਜੀ ਸਕੁਅਰ ਰੂਟ ਆਫ 1 plus cos ਥੀਟਾ ਬਟਾ 1 minus cos ਥੀਟਾ। ਅਗਰ ਤੁਹਾਡਾ ਥੀਟਾ 0 ਹੈ, ਥੀਟਾ 0 ਕਦੋਂ ਹੋਊਗਾ? when b is greater than r0। ਥੀਟਾ 0 ਹੈ, cos 0 1 1 minus 1 0, ਇਹਦਾ ਮਤਲਬ b ਬਹੁਤ ਜ਼ਿਆਦਾ ਹੋ ਗਿਆ, b is greater than r0। अगर थोड़ा थीटा 180 है तो इंपैक्ट पैरामीटर 0 है। ये दो गल्लां बड़ियां इंपॉर्टेंट है। और k की वैल्यू 1.77 मैगा इलेक्ट्रॉन वोल्ट लेनी है, काइनेटिक एनर्जी ਜਿਹੜੀ ਹੈਗੀ ਆ ਉਹ 5.5 ਜਾਂ 7.7 ਮੈਗਾ ਇਲੈਕਟ੍ਰੋਨ ਲੈਣੀ ਹੈ। z ਜਿਹੜਾ ਹੈਗਾ ਉਹ ਫੋਇਲ ਜਿਹੜਾ ਤੁਹਾਨੂੰ 골ਡ ਦਾ ਯੂਜ਼ ਕੀਤਾ ਉਹਦੇ ਲਈ 79 ਹੈ। e ਹੈ ਜਿਹੜਾ ਚਾਰਜ ਔਨ ਇਲੈਕਟ੍ਰੋਨ ਹੈ 1.6 × 10 ਦੀ ਪਾਵਰ -19 ਕੂਲਮ। ਫਿਰ ਸਾਡੇ ਕੋਲੇ ਇਹ ਸੀ ਇੰਪੈਕਟ ਪੈਰਾਮੀਟਰ। ਸਾਡੇ ਕੋਲੇ ਡਿਸਕ੍ਰੀਟ ਸਟਰਕਚਰ ਐਮਿਸ਼ਨ ਤੇ ਐਬਜ਼ੌਰਪਸ਼ਨ ਸਪੈਕਟਰ ਆ ਗਿਆ। ਇਹ ਬੜੀ ਇੰਪੋਰਟੈਂਟ ਗੱਲ ਆ, ਮੈਂ ਇਹਨੂੰ ਇੱਥੇ ਦੱਸ ਦਿੰਦਾ। ਐਮਿਸ਼ਨ ਤੇ ਐਬਜ਼ੌਰਪਸ਼ਨ ਸਪੈਕਟਰ, ਐਮਿਸ਼ਨ ਤੇ ਐਬਜ਼ੌਰਪਸ਼ਨ ਦੋ ਗੱਲਾਂ ਬੜੀਆਂ ਇੰਪੋਰਟੈਂਟ ਹੈ। ਇੱਕ ਐਮਿਸ਼ਨ ਇੱਕ ਐਬਜ਼ੌਰਪਸ਼ਨ। ਤੁਸੀਂ ਕੀ ਕੀਤਾ ਵੀ ਤੁਹਾਡੇ ਕੋਲੇ ਗੈਸ ਦੇ ਐਟਮਸ ਨੇ, ਕੀ ਨੇ? ਗੈਸ ਦੇ ਐਟਮਸ ਹੈ। ਤੁਸੀਂ ਉਹਨਾਂ ਨੂੰ ਕੀ ਕੀਤਾ? heat with the electric current, heat with electric current, ਇਹਨਾਂ ਨੂੰ ਥੋਨੇ electric current ਲਗਾ ਕੇ heat ਕਰਤਾ। amidst radiation of certain specific wavelength, amidst radiation of certain specific wavelength यानी कि किवें ਉਹ ਕਿਹੜੀ ਵੇਵਲੈਂਥ ਸੀ? ਸਪੋਜ਼ ਕਰ ਲਓ ਆ ਬਣ ਗਿਆ, ਤਾਂ ਕੋਈ ਤੁਹਾਡੇ ਕੋਲੇ 4300 ਤੇ ਆ, ਕੋਈ 4600 ਤੇ ਆ, ਕੋਈ 4300 ਵਾਲੀ ਆ ਗਈ, ਫਿਰ 4600 ਵਾਲੀ ਆ ਗਈ, ਫਿਰ 4900 ਵਾਲੀ ਆ ਗਈ, ਠੀਕ ਹੈ? ਐਂਗਸਟ੍ਰॉम। ਇਹ ਸੀ ਐਮਿਸ਼ਨ, ਅਮਿਟ ਹੋਈਆਂ, ਅਮਿਟਸ ਰੇਡੀਏਸ਼ਨ ਆਫ ਸਡਨ ਸਪੈਸੀਫਿਕ। ਹੁਣ ਜੇ ਅਬਜ਼ੌਰਪਸ਼ਨ ਕਦੋਂ ਹੋਊਗੀ? ਤੁਹਾਡੇ ਕੋਲੇ ਗੈਸ ਦੇ ਐਟਮ ਹੈ, ਤੁਸੀਂ ਵਾਈਟ ਲਾਈਟ ਪਾਸ ਕਰਾਤੀ ਵਿੱਚ, ਵਾਈਟ ਲਾਈਟ ਇਜ਼ ਪਾਸਡ। ਜਦੋਂ ਤੁਸੀਂ ਗੈਸ ਦੇ ਇੱਥੋਂ ਵਾਈਟ ਲਾਈਟ ਪਾਸ ਕਰਤੀ, ਵਾਈਟ ਲਾਈਟ ਦੇ 7 ਕਲਰ ਸੀਗੇ, ਤੁਸੀਂ ਇਹਨੂੰ ਗੈਸ ਦੇ ਐਟਮਾਂ ਚੋਂ ਪਾਸ ਕਰਵਾਤਾ। ਟ੍ਰਾਂਸਮਿਟਡ ਲਾਈਟ ਇਜ਼ ਮਿਸਿੰਗ ਵਿਦ ਸਰਟਨ ਵੇਵਲੈਂਥ। ਟ੍ਰਾਂਸਮਿਟਡ ਲਾਈਟ ਜਿਹੜੀ ਹੋਏਗੀ ਮਿਸਿੰਗ ਵਿਦ ਸਰਟਨ ਵੇਵਲੈਂਥ, ਮਿਸਿੰਗ ਵਿਦ ਸਰਟਨ ਵੇਵਲੈਂਥ। ਹੁਣ ਤੁਸੀਂ ਇੱਕ ਗੱਲ ਬੜੇ ਧਿਆਨ ਰੱਖੋ, ਕਿਹੜੀਆਂ ਵੇਵਲੈਂਥ ਉਹ ਹੋਣਗੀਆਂ ਜਿਹੜੀਆਂ ਉੱਥੇ ਅਮਿਟ ਹੋਈਆਂ ਨੇ, ਆਹ ਉਹ ਇਹਦੇ ਚ ਐਮਿਸ਼ਨ ਨਹੀਂ ਹੋਏਗੀ। ਇਹਨੂੰ ਅਸੀਂ ਕਹਾਂਗੇ ਅਬਜ਼ੌਰਪਸ਼ਨ ਸਪੈਕਟਰਾ। ਜਿਹੜੀਆਂ ਇਧਰੋਂ ਅਮਿਟਡ ਹੈ, ਇਧਰੋਂ ਕੀ ਹੋਣਗੀਆਂ? ਉਹ ਨਜ਼ਰ ਨਹੀਂ ਆਉਣਗੀਆਂ, ਬਾਕੀ ਦੇ ਕਲਰਸ ਦਿਖਣਗੇ। ਇਹ ਸੀ ਸਾਡਾ ਅਬਜ਼ੌਰਪਸ਼ਨ ਸਪੈਕਟਰਾ। ਹੁਣ ਸਾਡੇ ਕੋਲੇ ਕੁਝ ਛੋਟੀਆਂ ਮੋਟੀਆਂ ਹੋਰ ਗੱਲਾਂ ਨੇ ਇਸ ਚੈਪਟਰ ਦੀਆਂ, ਆਓ ਦੇਖੀਏ। ਹਾਂਜੀ, ਅਸੀਂ ਫਾਰਮੂਲਾ ਪੜਿਆ ਸੀਗਾ ਕੈਲਕੂਲੇਸ਼ਨ ਆਫ, ਇਹ ਅਸੀਂ ਬੜੀ ਡਿਟੇਲ ਦੇ ਵਿੱਚ ਲੈਕਚਰ ਨੰਬਰ 2 ਚ ਕੀਤਾ। ਕੈਲਕੂਲੇਸ਼ਨ ਆਫ ਵੈਲੋਸਿਟੀ, ਰੇਡੀਅਸ, એનર્ਜੀ ਆਫ ਇਲੈਕਟ੍ਰੋਨ ਇਨ nth ਆਰਬਿਟ। ਇਹ ਅਸੀਂ ਬੜੀ ਡਿਟੇਲ ਚ ਪੜਿਆ। ਮੈਂ ਹੁਣ ਸਿਰਫ ਸਿੰਪਲੀ ਫਾਰਮੂਲੇ ਦੱਸ ਕੇ ਅੱਗੇ ਲੰਘ ਜੂੰਗਾ। ਉਹਦਾ ਕਾਰਨ ਕੀ ਹੈ? ਤੁਸੀਂ ਇਹ ਗੱਲ ਪੜ੍ਹੀ ਹੈ ਕਿ ਵੈਲੋਸਿਟੀ ਜਿਹੜੀ ਹੁੰਦੀ ਹੈ 2π kZd ਦਾ ਸਕੁਅਰ ਓਵਰ nh। ਤੁਹਾਨੇ ਰੇਡੀਅਸ ਪੜ੍ਹਿਆ ਹੁੰਦਾ n ਦਾ ਸਕੁਅਰ, h ਦਾ ਸਕੁਅਰ ਓਵਰ 4π ਦਾ ਸਕੁਅਰ, kZd ਦਾ ਸਕੁਅਰ ਇਨਟੂ m। એનર્ਜੀ ਤੁਹਾਨੇ ਪੜ੍ਹੀ ਹੈ -2π ਦਾ ਸਕੁਅਰ, k ਦਾ ਸਕੁਅਰ, z ਦਾ ਸਕੁਅਰ, e ਦੀ 4 ਇਨਟੂ m ਬਟਾ n ਦਾ ਸਕੁਅਰ, h ਦਾ ਸਕੁਅਰ। ਹੁਣ k ਤੁਹਾਨੂੰ ਪਤਾ ਹੈ 9 × 10 ਦੀ ਪਾਵਰ 9 ਹੁੰਦਾ ਹੈ। e ਜਿਹੜਾ ਚਾਰਜ ਔਨ ਇਲੈਕਟ੍ਰੋਨ ਹੈ 1.6 × 10 ਦੀ ਪਾਵਰ -19 ਹੁੰਦਾ ਹੈ। h ਜਿਹੜਾ ਹੁੰਦਾ 6.62 × 10 ਦੀ ਪਾਵਰ -34 ਜੂਲ ਸੈਕਿੰਡ ਹੁੰਦਾ ਹੈ, ਕੂਲਮ ਹੁੰਦਾ ਹੈ।
ਹੁਣ ਜਦ ਤੁਸੀਂ ਇਹਦੀਆਂ ਵੈਲਿਊਆਂ ਨੂੰ ਇਸ ਚ ਪੁੱਟ ਕਰੋਗੇ ਸਿੱਧਾ ਨਿਊਮੈਰੀਕਲ ਕੱਢਣ ਵਾਸਤੇ ਤਾਂ ਹੋਗਾ 2.1847 into 10 ਦੀ ਪਾਵਰ 6 into z ਬਟਾ n ਮੀਟਰ ਪਰ ਸੈਕਿੰਡ। ਲਓ ਜੀ ਫਾਰਮੂਲਾ ਬਣ ਗਿਆ। अगर तुसी रेडियस कटोगे तो बन जूगा 0.529 n ਦਾ ਸਕੁਅਰ बटा z एंगस्ट्रॉम। लो जी फार्मूला बन गया। अगर तुसी एनर्जी कटोगे वैल्यूआं पुट करके बन जूगी -13.6 z ਦਾ ਸਕੁਅਰ बटा n ਦਾ ਸਕੁਅਰ इलेक्ट्रॉन वोल्ट। सिंपली z ਤੇ n पुट करना है ते वैल्यू आंसर आ जाऊगा। और ਜਿਹੜੀ ਤੁਹਾਨੂੰ ਵੈਲੋਸਿਟੀ ਕੱਢੀ ਹੈ ਇਹ ਵਾਲੀ ਅਗਰ ਤੁਸੀਂ ਇਹਨੂੰ ਵੈਲੋਸਿਟੀ ਆਫ ਲਾਈਟ ਨਾਲ ਕੰਪੇਅਰ ਕਰ ਦੋਗੇ ਤੁਹਾਡਾ 1/137 ਆਂਸਰ ਬਣ ਜਾਏਗਾ। और एक गल एनर्जी दे विच बड़ी ध्यान देन लगी है जिहड़ी पोटेंशियल एनर्जी हुंदी है वो माइनस ऑफ 2 टाइम द काइनेटिक एनर्जी इज इक्वल टू 2 टाइम द टोटल एनर्जी हुंदी है। बड़ा इंपॉर्टेंट आर्ट होगा ये तुहानू पोटेंशियल एनर्जी पता है तुसी 2 नाल मल्टीप्लाई करो तुहाडे कोल टोटल एनर्जी बन जाएगी। तुसी -2 नाल मल्टीप्लाई करो तुहाडे कोल काइनेटिक एनर्जी बन जाएगी। ठीक है ये जिहड़ी सारी आपां पढ़ी आपां ने एक बोहर थ्योरी देखी सी। बोहर थ्योरी ये कहती सी भी इलेक्ट्रॉन फिक्स्ड ऑर्बिट च फिक्स्ड एनर्जी नाल घूम रहा है। As long as it revolves in a particular orbit, neither lose nor gain any energy. However, when they are heated, they jump to higher level. They feel unstable there. They tend to come back to original level. In doing so, a large amount of energy releases. ਹੁਣ ਕਿੰਨੀ एनर्जी रिलीज ਹੋਈ ਸੀ ਅਸੀਂ ਆ ਚੀਜ਼ ਬਣਾਈ ਸੀ ਇਹ ਬਣਿਆ ਸੀ 2 पाई ਦਾ ਸਕੁਅਰ k ਦਾ ਸਕੁਅਰ z ਦਾ ਸਕੁਅਰ e ਦੀ 4 into m over h ਦਾ ਸਕੁਅਰ 1/n1 ਦਾ ਸਕੁਅਰ ਮਾਈਨਸ 1/n2 ਦਾ ਸਕੁਅਰ। ਤਾਂ ਡਾਲਟਾ e ਜਿਹੜਾ ਹੁੰਦਾ ਉਹ hc ਬਾਈ ਲੈਮਡਾ ਹੁੰਦਾ ਹੈ। hc ਨੂੰ ਅਸੀਂ ਨੀਚੇ ਲਿਆਂਦਾ ਇਹ ਬਣ ਗਿਆ ch ਦਾ ਕਿਊਬ ਇਹ ਬਣ ਗਿਆ ਇਕੁਅਲ ਟੂ μ ਬਾਰ ਦੈਟ ਇਜ਼ ਵੇਵ ਨੰਬਰ। ਆਹ ਸਾਰੀ ਚੀਜ਼ ਨੂੰ ਅਸੀਂ ਲਿਖਦੇ ਹਾਂ ਕਿ ਇਹ ਹੁੰਦਾ ਰੈਡਬਰਗ ਕਾਂਸਟੈਂਟ। ਕੀ ਹੁੰਦਾ ਰੈਡਬਰਗ ਕਾਂਸਟੈਂਟ रेडबर्ग कांस्टेंट। और ਇਹਦੀ वैल्यू ਅਸੀਂ ਪੜ੍ਹੀ ਸੀ 1.097 into 10 ਦੀ ਪਾਵਰ 7 ਪਰ ਮੀਟਰ ਹੁੰਦੀ ਹੈ। ਅਗਰ 1/r ਤੁਹਾਨੂੰ ਨਿਊਮੈਰੀਕਲਾਂ 'ਚ ਲੋੜ ਪਊਗੀ ਤੁਹਾਨੂੰ ਇਹਦੀ ਵੈਲਿਊ ਲਿਖਣੀ ਹੋਊਗੀ ਤਾਂ ਇਹ ਹੋਊਗੀ 911 ਐਂਗਸਟ੍ਰॉम। ਇਹ ਯਾਦ ਰੱਖਣ ਵਾਲੀ ਗੱਲ ਹੈ। ਪਰ ਜਿਹੜੀ ਬਹੁਤ ਦੀ ਥਿਊਰੀ ਸੀ ਉਹ ਕੁਝ ਕਾਰਨਾਂ ਦੇ ਕਰਕੇ ਫੇਲ ਹੋ ਗਈ। ਉਹ ਕਾਰਨ ਮੈਂ ਲਿਖਣ ਲੱਗਿਆ ਮੈਨੂੰ ਲਿਖਣ ਲਈ ਸਪੇਸ ਚਾਹੀਦੀ ਹੈ। ਮੈਂ ਉੱਪਰਲੇ ਪੋਰਸ਼ਨ ਉਧਰੋਂ ਰੱਬ ਕਰਦਾ। ड्रॉबैक्स ऑफ बोहर्स थ्योरी किहड़े किहड़े ड्रॉबैक सी। पहला ड्रॉबैक ये सीगा इट स्टैंड्स ट्रू ओनली फॉर इट स्टैंड्स ट्रू ओनली फॉर हाइड्रोजन एटम एंड हाइड्रोजन लाइक एटम। ਇਹਦੇ ਲਈ ਹੀ ट्रू ਸੀਗੀ। दूसरी गल है cannot explain the spectrum of multi-electron, cannot explain spectrum of multi-electron, spectrum of multi-electron। हाइड्रोजन लाइक एटम जिवें लिथियम है ਇਹਦੇ ਤੇ डबल पॉजिटिव चार्ज कर दो एक इलेक्ट्रॉन रह जाएगा सिर्फ। ठीक है। तीसरी गल cannot take it did not take into account consideration, it didn't take into consideration wave nature of the electron, wave nature of the electron, wave nature of electron ਦੇ ਬਾਰੇ ਕੁਝ ਨਹੀਂ ਦੱਸਿਆ। ਚੌਥੀ ਗੱਲ ਇਹ ਹੈ ਵੀ ਜਿਹੜੀ ਇਹ ਥਿਊਰੀ ਹੈ violate Heisenberg's uncertainty principle, violates Heisenberg's uncertainty principle। ये कहता सी it is impossible to know the position and momentum of a particle simultaneously। well uncertainty principle देखो इस ਤੁਹਾਨੂੰ रेडियस पता है फार्मूले नाल ਤਾਂ ਤੁਹਾਨੂੰ पोजीशन पता लग गई ਤੁਹਾਨੂੰ वेलोसिटी पता है ਤੁਸੀਂ मास ਨਾਲ मल्टीप्लाई कर लोगे मोमेंटम भी पता लग गया एट ए पॉइंट। पर ਇੱਥੇ ਇਹ ਜਿਹੜਾ ਦੋਨੋਂ ਚੀਜ਼ਾਂ ਵਾਇਓਲੇਟ ਹੋ ਗਈ ਇੱਕ ਚੀਜ਼ ਹੀ ਪਤਾ ਹੋਣੀ ਚਾਹੀਦੀ ਸੀ। it cannot explain the splitting of ये बड़ी इंपॉर्टेंट गल है इट कैन नॉट एक्सप्लेन द स्प्लिटिंग ऑफ स्पेक्ट्रल लाइंस इन इलेक्ट्रिक फील्ड एंड मैग्नेटिक फील्ड। इलेक्ट्रिक फील्ड की जिहड़ियां स्प्लिटिंग हुंदी है उहनूं असीं कहने आ स्पार्क इफेक्ट।
और जो मैग्नेटिक फील्ड स्प्लिटिंग हो जाए उन्हें कहने जी मैन इफेक्ट। ਇਹਦੇ ਨਾਲ ही एटम की रिवीजन भी खत्म हो गई है। ਹੁਣ एक टॉपिक रह गया हाफ वेव रेक्टिफायर ते फुल वेव रेक्टिफायर। मैंने स्पेस चाहिए मैं रब करन लग्या वेव ते फुल वेव रेक्टिफायर दस्सण तो पहला मैं एक छोटी जी गल होर भी दसदा भी ਜਿਹੜੇ ਆਪਾਂ ਨੇ स्पैक्ट्रा पढ़िया सी हाइड्रोजन ਦਾ एक लेमैन सीरीज सी, एक बाल्मर सीरीज सी, एक पास्टन सीरीज सीगी, एक ब्रैकेट सीरीज सीगी, एक पफंड सीरीज सीगी, एक हम्परी सीरीज सीगी। हम्परी सीरीज मैं तुहानूं N1 ते N2 ਦੀਆਂ ਵੈਲਿਊਆਂ जो ਲੈਕਚਰ ਨੰਬਰ 2 ਸੀਗਾ ਉਦੋਂ ਕਰਾਈਆਂ ਸੀ। ਪਰ ਮੈਂ ਇੱਕ ਗੱਲ ਉੱਥੇ ਦੱਸਣੀ ਭੁੱਲ ਗਿਆ ਸੀ ਵੀ ਜਿਹੜੀ ਬਾਲਮਰ ਸੀਰੀਜ਼ ਹੈ ਇਹ ਵਿਜ਼ੀਬਲ ਰੀਜਨ 'ਚ ਹੁੰਦੀ ਹੈ, ਵਿਜ਼ੀਬਲ ਰੀਜਨ। ਇਹ ਜਿਹੜੀ ਲੇਮੈਨ ਸੀਰੀਜ਼ ਹੈ ਇਹ ਅਲਟਰਾ ਵਾਇਲਟ ਰੀਜਨ 'ਚ ਹੁੰਦੀ ਹੈ, ਔਰ ਜਿਹੜੀ ਪਾਸਟਨ ਸੀਰੀਜ਼ ਹੈ ਇਹ ਲੋ ਆਈਆਰ ਰੀਜਨ 'ਚ ਹੁੰਦੀ ਹੈ, ਇਨਫਰਾਰੈਡ ਰੀਜਨ 'ਚ। ਆ ਜਿਹੜੀ ਬ੍ਰੈਕਟ ਸੀਰੀਜ਼ ਹੈ ਇਹ ਵੀ ਲੋ ਆਈਆਰ ਰੀਜਨ 'ਚ ਹੁੰਦੀ ਹੈ। ਜਿਹੜੀ ਪਫੰਡ ਸੀਰੀਜ਼ ਹੈ ਇਹ ਹਾਈ ਆਈਆਰ ਰੀਜਨ 'ਚ ਹੁੰਦੀ ਹੈ। ਜਿਹੜੀ ਹੰਪਰੀ ਸੀਰੀਜ਼ ਹੈ ਇਹ ਵੀ ਹਾਈ ਆਈ ਰੀਜਨ 'ਚ ਹੁੰਦੀ ਹੈ, ਇਨਫਰਾਰੈਡ ਰੀਜਨ 'ਚ ਹੁੰਦੀ ਹੈ। ਹੁਣ ਸਾਡਾ ਟੌਪਿਕ ਹੈ ਹਾਫ ਵੇਵ ਰੈਕਟੀਫਾਇਰ। ਪਹਿਲਾਂ ਰੈਕਟੀਫਾਇਰ ਹੁੰਦਾ ਕੀ ਹੈ? ਰੈਕਟੀਫਾਇਰ ਉਹ ਡਿਵਾਈਸ ਹੈ ਜਿਹੜੀ ਏਸੀ ਨੂੰ ਡੀਸੀ 'ਚ ਬਦਲਦੀ ਹੈ। ਬੜੀ ਸਿੰਪਲ ਗੱਲ ਹੈ, ਡਿਵਾਈਸ ਵਿਚ ਕਨਵਰਟਸ ਏਸੀ ਇਨਟੂ ਡੀਸੀ। ਹੁਣ ਤੁਸੀਂ ਦੇਖੋ ਆਹ ਸਾਡੇ ਕੋਲੇ ਰੈਕਟੀਫਾਇਰ ਹੈ, ट्रांसफार्मर है, ये असी एक डायोड नाल लाता जो असी पी-एन जंक्शन डायोड पढ़िया सीगा। इहनूं अगे असी लोड रजिस्टेंस है जितों साने आउटपुट लैनी है, ये साडी लोड रजिस्टेंस है। हुण साडे कोले जदों हाफ वेव रेक्टिफायर सीगा, ये साडा हाफ वेव है, हाफ वेव रेक्टिफायर एसी। हुण साडे कोले सप्लाई हैगी एसी दी एम। जदों पॉजिटिव साइकिल आएगा आ वाला प्लस वाला साइकिल आऊगा उपरला तो डायोड की हो गया फॉरवर्ड बायस हो गया। फॉरवर्ड बायस हो गया साडे कोले ये इनपुट है, ये साडी आउटपुट है किहदी हाफ वेव रेक्टिफायर तो आउटपुट आऊगी। हुण जदों डायोड का नेगेटिव साइकिल आया तो रिवर्स बायस हो गया, आउटपुट नहीं आऊगी। फिर अगला साइकिल आया फॉरवर्ड बायस हो गया, फिर अगला वास्ते रिवर्स, फिर फॉरवर्ड, फिर रिवर्स, फिर फॉरवर्ड, फिर रिवर्स। मीन साडे कोल जिहड़ी आउटपुट आई वो की सी यूनिडायरेक्शनल आउटपुट आंदी है, इस यूनिडायरेक्शनल आउटपुट आई है। और इस रिपल फैक्टर हैगा जिहड़ा वो बहुत हाई है। रिपल फैक्टर की है? हाई है। रिपल फैक्टर की हुंदा है? कंपोनेंट ऑफ द एसी, कंपोनेंट ऑफ द एसी कंटेन्ड इन द आउटपुट, इन द आउटपुट। जे तुसी रिपल फैक्टर का फार्मूला पढ़ना है कि रिपल फैक्टर का की फार्मूला होगा तो ये है, एक हुंदा है IRMS ओवर I एवरेज द होल द स्क्वायर -1। हुण जे तुहाडा ये रिपल IRMS इहदे वास्ते कितनी होगी? ये होगी I0/2 और इहदे वास्ते I एवरेज कितनी होगी? ये होगी I0/π। तुसी चखिया इहदियां वैल्यूआं नूं इस पुट करता तो यह बन जाएगा π/2 द होल द स्क्वायर। तो इन्हें जब तुम सॉल्व करोगे तो रिपल फैक्टर है एक तो जी एफिशिएंसी है वो रिपल फैक्टर 1.21 आ जाएगा। एफिशिएंसी जो कटोगे वो 40.6% आएगी, लो एफिशिएंसी है। और इस केस तुम ध्यान नाल देखो लॉट ऑफ एनर्जी वेस्टेड है, लॉट ऑफ एनर्जी वेस्टेड। हुण मैंने की कीता ये सी मेरा हाफ वेव रेक्टिफायर मींस इट रेक्टिफाइज ओनली 1/2 ऑफ AC सप्लाई, 1/2 ऑफ AC सप्लाई। हुण आ गया फुल वेव रेक्टिफायर, इट रेक्टिफाइज both half of AC supply। लो जी अपन डायग्राम बना के देख लीजिए। आ लो जे दो लाइना मारते हैं तो आयरन कोर है, ना मारिए तो एयर कोर है ट्रांसफार्मर की। लो साडे कोले एक डायोड ए लग्या हुआ, एक साडे कोले डायोड D2 आ लग्या हुआ है। ये अगे सेंट्रल टैप करो इन ऐदा। लो जी हुण साने AC सप्लाई भेजी,
AC भेजी तो पहला देखो ये पहले वाले ये फॉरवर्ड बायस हो गया आउटपुट की फुल वेव रेक्टिफायर ये वाली आ गई तो बना दो ये वाला आ गया तो बना दो ये फॉरवर्ड बायस हो गया फॉरवर्ड बायस हो गया पर रिवर्स बायस हो गया जो सिग्नल गया ठीक है हम पॉजिटिव हाफ इधर कंडक्ट कर लिया ठीक है जो नैगेटिव साइकिल आया तो ये रिवर्स हो जाऊगा ये फॉरवर्ड हो जाऊगा लो जी ये इस तरह होगा ठीक है जो अगला साइकिल आया ये फॉरवर्ड हो गया ये रिवर्स हो गया फिर जो अगला साइकिल आया ये हुन पॉजिटिव साइकिल आया ये फॉरवर्ड हो गया ये रिवर्स हो गया नेगेटिव साइकिल आया ये रिवर्स हो जाऊगा ये फॉरवर्ड हो जाऊगा इस तरह पॉजिटिव साइकिल आया ऊपरला फॉरवर्ड निचला रिवर्स फिर नेगेटिव साइकिल आया ऊपरला रिवर्स निचला फॉरवर्ड ठीक और जे तुसी हुण इस केस दे विच फॉर्म रिपल फैक्टर जिहड़ा होगा लो होगा रिपल फैक्टर की है इस लो है लो कितना है 0.48 है और जिहड़ी एफिशिएंसी हैगी है परसेंटेज एफिशिएंसी वो 81.2% है 81.2% है इस केस एनर्जी वेस्टेज बहुत घट है नो एनर्जी वेस्टेज नो एनर्जी वेस्टेज इस केस जो IRMS है RMS है वो I0 बाई √2 है और इस जो I एवरेज है वो I0 बाई पाई बाई 2 है ये √2 है बस वैल्यू पुट करने वाली रिपल फैक्टर निकले होगा और जी आउटपुट है इस भी यूनिडायरेक्शनल आउटपुट है मैं दोनों चीजें कंपेयर नहीं कर रहा नाल नाल ਹੁਣ AC ਦਾ ਫਿਰ ਵੀ ਆ ਗਈ ਤਾਂ ਆਪਾਂ ਇਸ ਤੋਂ ਅੱਗੇ ਇੱਕ ਹੋਰ ਸਟੈਪ ਦੱਸ ਦਿੰਨਾ ਵੀ ਜਿਵੇਂ ਹੁਣ ਤੁਹਾਡਾ ਇਹ ਰੈਕਟੀਫਾਇਰ ਹੈ ਸਪੋਜ਼ ਕਰ ਲਓ ਤੁਸੀਂ ਰੈਕਟੀਫਾਇਰ ਦੀ ਆਊਟਪੁੱਟ ਨੂੰ ਇੱਕ AC ਫਿਲਟਰ ਚੋਂ ਇਹਦੇ ਅੱਗੇ ਤੁਸੀਂ ਇਹਦੇ ਪੈਰਲਲ ਦੇ ਵਿੱਚ ਕੈਪੈਸਿਟਰ ਲਾਓ ਫਿਰ ਤੁਸੀਂ ਇਹਦਾ ਆਊਟਪੁੱਟ ਲਵੋ ਲੋਡ ਰੈਜ਼ਿਸਟੈਂਸ ਇਹ ਰੈਕਟੀਫਾਇਰ ਸੀ ਤੁਹਾਡੇ ਕੋਲ ਜੋੜਾ ਵੀ ਠੀਕ ਹੈ ਇਹਨੂੰ ਅਸੀਂ ਕਹਿੰਦੇ ਆ ਫਿਲਟਰ ਸਰਕਟ ਵੀ ਅਸੀਂ ਜਮਾ ਹੀ ਨਹੀਂ ਚਾਹੁੰਦੇ ਸਾਡੀ AC ਆਵੇ ਤਾਂ ਅਸੀਂ ਕੈਪੈਸਿਟਰ ਯੂਜ਼ ਕਰ ਲਿਆ ਇੰਡਕਟਰ ਯੂਜ਼ ਕਰ ਲਿਆ ਤਾਂ ਸਾਡੇ ਕੋਲੇ ਜਿਹੜੀ ਹੈਗੀ ਆ ਪਿਓਰ DC ਸਪਲਾਈ ਬਣ ਜਵੇ ਤਾਂ ਇਹਨਾਂ ਸਰਕਟਸ ਨੂੰ ਸਾਡੇ ਪਾਰਟ ਆਫ ਸਿਲੇਬਸ ਨਹੀਂ ਹੈ ਕਿ ਜਿਹੜੇ ਕੈਪੈਸਿਟਰ ਵਗੈਰਾ ਇਹਦੇ ਪੈਰਲਲ ਚ ਲਗਾ ਕੇ ਅਸੀਂ ਯੂਜ਼ ਕਰਦੇ ਆ ਉਹਨਾਂ ਸਰਕਟਸ ਨੂੰ ਅਸੀਂ ਫਿਲਟਰ ਸਰਕਟਸ ਕਹਿੰਦੇ ਆ ਤਾਂ ਇਹ ਦੀ ਥੋੜੀ ਜਿਹੀ ਰਿਵੀਜ਼ਨ ਮੇਰੀ ਪਹਿਲਾਂ ਪੈਂਡਿੰਗ ਸੀ ਜਿਹੜੀ ਮੈਂ ਕਰਾਤੀ ਠੀਕ ਹੈ ਇਹ ਫੁੱਲ ਵੇਵ ਰੈਕਟੀਫਾਇਰ ਤੇ ਹਾਫ ਵੇਵ ਰੈਕਟੀਫਾਇਰ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਔਰ ਇਹਦੇ ਨਾਲ ਜਿਹੜਾ ਇਹ ਟੌਪਿਕ ਹੈਗਾ ਇਹ ਖਤਮ और एटम दी ड्यू नेचर ऑफ लाइट दी सॉलिड एंड सेमीकंडक्टर्स दी रिवीजन है जिहड़ी वो खत्म होती है नेक्स्ट टाइम आप सिर्फ न्यूक्लियर फिजिक्स देखेंगे